ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਕਤਲ ਤੇ ਉਸ ਕਤਲ ਦੇ ਆਰੋਪ ਕੈਨੇਡੀਅਨ ਪੀਐਮ ਟਰੂਡੋ ਵੱਲੋਂ ਭਾਰਤ ਦੀਆਂ ਖੁਫੀਆ ਏਜੰਸੀਆਂ ਤੇ ਲਾਏ ਜਾਣੇ ਤੇ ਉਸ ਤੋਂ ਬਾਅਦ ਦੋਵਾਂ ਦੇਸ਼ਾਂ ਵੱਲੋਂ ਇੱਕ ਦੂਜੇ ਦੇ ਟੌਪ ਅਧਿਕਾਰੀਆਂ ਨੂੰ ਆਪੋ ਆਪਣੇ ਦੇਸ਼ ਵਿੱਚੋਂ ਕੱਢ ਦਿੱਤਾ ਜਾਣਾ, ਵੀਜ਼ੇ ਬੰਦ ਕਰ ਦਿੱਤੇ ਜਾਣੇ, ਇਹ ਸਾਰੀਆਂ ਖਬਰਾਂ ਦੇ ਨਾਲ ਪਿਛਲੇ ਕੁਝ ਦਿਨਾਂ ਤੋਂ ਬਾਜ਼ਾਰ ਭਰੇ ਪਏ ਨੇ। ਇਸ ਇੱਕ ਮਸਲੇ ਕਰਕੇ ਭਾਰਤ ਕੈਨੇਡਾ ਦੇ ਰਿਸ਼ਤੇ ਬਿਲਕੁਲ ਖਾਤਮੇ ਦੀ ਕਗਾਰ ਤੇ ਆ ਚੁੱਕੇ ਨੇ। ਹਰ ਪੱਖ ਦੇ ਲੋਕ ਆਪੋ ਆਪਣੀ ਹੀ ਗੱਲ ਕਹਿ ਰਹੇ ਨੇ, ਲੇਕਿਨ ਅੱਜ ਦੀ ਇਸ ਵੀਡੀਓ ਦੇ ਵਿੱਚ ਕੈਨੇਡਾ, ਇੰਡੀਆ, ਖਾਲਿਸਤਾਨੀ, ਗੋਦੀ ਮੀਡੀਆ ਤੇ ਸੋਸ਼ਲ ਮੀਡੀਆ ਇਹਨਾਂ ਸਭ ਦੇ ਚਿਹਰਿਆਂ ਦੇ ਉੱਤੇ ਪਿਆ ਹੋਇਆ ਨਕਾਬ ਅਸੀਂ ਹਟਾਉਣ ਦੀ ਕੋਸ਼ਿਸ਼ ਕਰਾਂਗੇ। ਅਸਲੀ ਸੱਚ ਨੂੰ ਤੱਥਾਂ ਦੇ ਸਮੇਤ ਜਾਣਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਹ ਟੌਪਿਕ ਸਾਡੇ ਸਾਰਿਆਂ ਦੇ ਲਈ ਬਹੁਤ ਜ਼ਰੂਰੀ ਹੈ। ਬੇਸ਼ੱਕ ਅਸੀਂ ਅੱਜ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਲੇਕਿਨ ਅੱਜ ਦੀ ਡੈਮੋਕ੍ਰੇਸੀ ਜ਼ਿਆਦਾਤਰ ਵੋਟ ਬੈਂਕ ਦੀ ਪੋਲਿਟਿਕਸ ਬਣ ਕੇ ਰਹਿ ਗਈ ਹੈ ਤੇ ਟਰੂਡੋ ਵੀ ਉਹੀ ਕਰ ਰਹੇ ਨੇ। ਸਾਨੂੰ ਲੱਗਦਾ ਹੈ ਕਿ ਟਰੂਡੋ ਸਿੱਖਾਂ ਦੇ ਬਹੁਤ ਵੱਡੇ ਹਿਤੈਸ਼ੀ ਨੇ। ਉਹ ਭਾਰਤ ਆਉਂਦੇ ਨੇ ਤੇ ਦਰਬਾਰ ਸਾਹਿਬ ਜ਼ਰੂਰ ਜਾਂਦੇ ਨੇ, ਪੰਜਾਬ ਦਾ ਦੌਰਾ ਜ਼ਰੂਰ ਕਰਦੇ ਨੇ, ਪੰਜਾਬ ਦੇ ਮੁੱਖ ਮੰਤਰੀਆਂ ਨੂੰ ਜ਼ਰੂਰ ਮਿਲਦੇ ਨੇ। ਕਿਉਂ? ਕਿਉਂਕਿ ਉਹਨਾਂ ਨੂੰ ਸਿੱਖਾਂ ਦਾ ਬਹੁਤ ਹੇਜ ਹੈ? ਨਹੀਂ। ਕਿਉਂ? ਕਿਉਂਕਿ ਉਹ ਵੋਟ ਬੈਂਕ ਪੋਲਿਟਿਕਸ ਕਰ ਰਹੇ ਨੇ। ਜੇ ਤੁਸੀਂ ਕੈਨੇਡਾ ਦੇ ਪੋਲੀਟੀਕਲ ਸਿਨੈਰੀਓ ਨੂੰ ਸਮਝਦੇ ਹੋ ਤਾਂ ਇਹ ਚੀਜ਼ ਤੁਸੀਂ ਬੜੀ ਆਸਾਨੀ ਨਾਲ ਸਮਝ ਸਕਦੇ ਹੋ। 2019 ਦੇ ਵਿੱਚ ਜਦੋਂ ਟਾਈਮ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਵੋਟਾਂ ਹੋ ਗਈਆਂ ਤੇ ਟਰੂਡੋ ਦੀ ਲਿਬਰਲ ਪਾਰਟੀ ਦੀਆਂ 20 ਸੀਟਾਂ ਘੱਟੋ ਘੱਟ ਗਈਆਂ ਸਨ ਤੇ ਉਸ ਨੂੰ ਸਰਕਾਰ ਬਣਾਉਣ ਦੇ ਲਈ ਇੰਨੀਆਂ ਹੀ ਲਗਭਗ ਸੀਟਾਂ ਦੀ ਹੋਰ ਜ਼ਰੂਰਤ ਸੀ ਤੇ ਉੱਥੇ ਐਂਟਰੀ ਹੁੰਦੀ ਹੈ ਜਗਮੀਤ ਸਿੰਘ ਦੀ। NDP ਦੇ ਲੀਡਰ ਜਗਮੀਤ ਸਿੰਘ ਨੇ 24 ਸੀਟਾਂ ਲਈਆਂ ਤੇ 24 ਸੀਟਾਂ ਜਗਮੀਤ ਸਿੰਘ ਦੀਆਂ ਤੇ ਟਰੂਡੋ ਨੇ ਮਿਲ ਕੇ ਸਰਕਾਰ ਬਣਾਈ। ਇਸ ਤਰੀਕੇ ਦੇ ਨਾਲ ਸਿੱਖ ਵੋਟਰਾਂ ਦੇ ਉੱਤੇ ਟਰੂਡੋ ਦੀ ਡਿਪੈਂਡੈਂਸ ਵੱਧ ਗਈ। ਉਹ ਸਿੱਖਾਂ ਦਾ ਹੇਜ ਨਹੀਂ ਕਰ ਰਿਹਾ, ਉਹ ਇਹਨਾਂ ਮਸਲਿਆਂ ਨੂੰ ਉਛਾਲ ਕੇ ਸਿੱਖਾਂ ਨੂੰ ਲੁਭਾਉਣਾ ਚਾਹ ਰਿਹਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਕੁਰਸੀ ਬਚੀ ਰਹੇ ਤੇ ਉਸ ਕੁਰਸੀ ਨੂੰ ਬਚਾਉਣ ਵਾਸਤੇ ਉਹ ਇੱਥੋਂ ਤੱਕ ਤੁਰ ਗਿਆ ਕਿ ਉਹਨੇ ਇੱਕ ਦੇਸ਼ ਦੇ ਨਾਲ ਆਪਣੇ ਰਿਸ਼ਤੇ ਤੱਕ ਖਰਾਬ ਕਰ ਲਏ। ਇੱਥੋਂ ਤੱਕ ਕਿ ਕੈਨੇਡਾ ਦੇ ਜਿਹੜੇ ਵੱਡੇ ਨਿਊਜ਼ ਚੈਨਲ ਤੇ ਪ੍ਰਿੰਟ ਮੀਡੀਆ ਉਹ ਵੀ ਇਹ ਸਵਾਲ ਪੈਦਾ ਕਰ ਰਹੇ ਨੇ ਕਿ ਜੇ ਟਰੂਡੋ ਐਡੇ ਵੱਡੇ ਇਲਜ਼ਾਮ ਪਾਰਲੀਮੈਂਟ ਦੇ ਵਿੱਚ ਇੰਡੀਆ ਤੇ ਲਾ ਰਿਹਾ ਹੈ ਤੇ ਐਡੇ ਵੱਡੇ ਇਲਜ਼ਾਮਾਂ ਨੂੰ ਸਿੱਧ ਕਰਨ ਲਈ ਉਹਨੇ ਹੀ ਵੱਡੇ ਤੇ ਪੁਖਤਾ ਸਬੂਤ ਕਿਉਂ ਨਹੀਂ ਪੇਸ਼ ਕਰ ਰਿਹਾ। ਟਰੂਡੋ ਦੇ तमाम ਕੰਮ ਇਸ ਗੱਲ ਵਿੱਚ ਇਸ਼ਾਰਾ ਕਰਦੇ ਨੇ ਕਿ ਉਹ ਸਾਫ਼ ਪੋਲੀਟੀਕਲ ਗੇਮ ਖੇਡ ਰਿਹਾ ਹੈ ਤੇ ਸਿੱਖ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵੋਟ ਬੈਂਕ ਦੀ ਇਸ ਪੋਲਿਟਿਕਸ ਦੀ ਸ਼ੁਰੂਆਤ ਜੇ ਟਰੂਡੋ ਨੇ ਕੀਤੀ ਹੈ ਤੇ ਸਾਡੇ ਦੇਸ਼ ਦੇ ਲੀਡਰ ਵੀ ਇਹਦੇ ਵਿੱਚ ਘੱਟ ਨਹੀਂ। ਸਾਡੇ ਦੇਸ਼ ਦੇ ਵਿੱਚ 2014 ਤੋਂ ਹੀ ਵੋਟ ਬੈਂਕ ਦੀ ਪੋਲਿਟਿਕਸ ਨੂੰ ਬਹੁਤ ਵੱਡੇ ਲੈਵਲ ਦੇ ਉੱਤੇ ਖੇਡਿਆ ਜਾ ਰਿਹਾ। ਕਦੀ ਹਿੰਦੂਇਜ਼ਮ ਨੂੰ ਪ੍ਰਮੋਟ ਕਰਕੇ ਧਰੁਵੀਕਰਨ ਦੀ ਗੱਲ ਕੀਤੀ ਜਾਂਦੀ ਹੈ ਤੇ ਕਦੀ ਯੂਪੀ ਦੇ ਵਿੱਚ ਇਸ ਵਾਰ ਹੋਏ ਚੁਣਾਵਾਂ ਨੂੰ 80 ਤੇ 20 ਦਾ ਚੁਣਾਵ ਆ ਕੇ ਧੜੇਬੰਦੀ ਵਿੱਚ ਲੋਕਾਂ ਨੂੰ ਵੰਡਿਆ ਜਾਂਦਾ ਹੈ। ਸਾਡੇ ਦੇਸ਼ ਦੀ ਸੱਤਾਰੂੜ ਪਾਰਟੀ BJP 2014 ਤੋਂ ਹੀ ਵੋਟ ਬੈਂਕ ਦੇ ਲਈ ਜਾਂ ਤੇ ਇੱਕ ਖਾਸ ਧਰਮ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਫਰਜ਼ੀ ਰਾਸ਼ਟਰਵਾਦ ਦੀ ਗੱਲ ਕਰਦੇ ਪਏ ਨੇ। ਇਸ ਕਰਕੇ ਉਹ ਕਦੀ ਪਾਕਿਸਤਾਨ ਨੂੰ ਭੰਡਦੇ ਨੇ, ਕਦੀ ਚੀਨ ਦਾ ਮੁੱਦਾ ਉਛਾਲਦੇ ਨੇ। ਉਸੇ ਦੇ ਵਿੱਚ ਜਦੋਂ ਕੈਨੇਡਾ ਨੇ ਇਹ ਭਾਰਤ ਉੱਤੇ ਇਲਜ਼ਾਮ ਲਾਏ ਤੇ ਉਹਨਾਂ ਕੋਲ ਇੱਕ ਬਹੁਤ ਵਧੀਆ ਮੌਕਾ ਸੀ ਆਪਣੇ ਉਸ ਫਰਜ਼ੀ ਰਾਸ਼ਟਰਵਾਦ ਦੇ ਏਜੰਡੇ ਨੂੰ ਇੱਕ ਵਾਰ ਫਿਰ ਤੋਂ ਅੱਗੇ ਸੁੱਟਿਆ ਜਾਏ। ਤੇ ਤੁਸੀਂ ਇਸ ਗੱਲ ਨੂੰ ਵੇਖੋਗੇ 2024 ਦੀਆਂ ਚੋਣਾਂ ਵਿੱਚ ਇਸ ਨੂੰ ਲੈ ਕੇ ਖੂਬ ਪ੍ਰਚਾਰ ਕੀਤਾ ਜਾਏਗਾ ਤੇ ਇਹੀ ਵੇਚ ਕੇ ਵੋਟ ਖਰੀਦੇ ਜਾਣਗੇ। ਇਸ ਤੋਂ ਇਲਾਵਾ ਇਸ ਮੌਕੇ ਦੀ ਭਾਲ ਦੇ ਵਿੱਚ ਬੈਠੇ ਹੋਏ ਕੁਝ ਨਫ਼ਰਤੀ ਲੋਕ ਇਸ ਨੂੰ ਹਿੰਦੂ ਸਿੱਖ ਡਿਸਪਿਊਟ ਬਣਾਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ। ਉਹਦੇ ਕਈ ਫਾਇਦੇ ਨੇ। ਨੈਸ਼ਨਲ ਪੋਲਿਟਿਕਸ ਦੇ ਵਿੱਚ ਫਿਰ ਤੋਂ ਇੱਕ ਧਰਮ ਨੂੰ ਧਰੁਵੀਕ੍ਰਿਤ ਕੀਤਾ ਜਾਏਗਾ ਕਿ ਦੇਖੋ ਦੂਸਰੀ ਘੱਟ ਗਿਣਤੀ ਲੋਕ ਤੁਹਾਡੇ ਨਾਲ ਨਫ਼ਰਤ ਕਰ ਰਹੇ ਨੇ। ਦੂਜਾ, ਪੰਜਾਬ ਦੇ ਵਿੱਚ ਜਿਵੇਂ ਇਸ ਗੱਲ ਨੂੰ ਲੈ ਕੇ ਟੈਨਸ਼ਨਸ ਵਧਣ ਗਈਆਂ, ਹਿੰਦੂ ਸਿੱਖਾਂ ਦੇ ਵਿੱਚ ਪਾੜਾ ਵਧੇਗਾ ਤੇ ਹਿੰਦੂਆਂ ਦੇ ਲਈ ਇੱਕ ਪਾਰਟੀ ਆਪਣਾ ਰਾਹ ਲੱਭਣ ਦੀ ਕੋਸ਼ਿਸ਼ ਕਰੇਗੀ ਤੇ ਉੱਥੇ ਐਂਟਰੀ ਹੋਏਗੀ BJP ਦੀ। ਇਹ ਸਾਰੀ ਪੋਲੀਟੀਕਲ ਗੇਮ ਵੋਟ ਬੈਂਕ ਲਈ ਖੇਡੀ ਜਾ ਰਹੀ ਹੈ, ਹੋਰ ਕੁਝ ਵੀ ਨਹੀਂ। ਤੇ ਇਸ ਫਰਜ਼ੀ ਰਾਸ਼ਟਰਵਾਦ ਦੇ ਏਜੰਡੇ ਨੂੰ ਅੱਗੇ ਵਧਾਉਣ ਦੇ ਵਿੱਚ ਮਦਦ ਕਰ ਰਹੀ ਹੈ ਗੋਦੀ ਮੀਡੀਆ ਤੇ ਸੋਸ਼ਲ ਮੀਡੀਆ। ਪਿਛਲੇ ਦਿਨੀ ਸ਼ੁਭ ਪੰਜਾਬੀ ਸਿੰਗਰ ਦੇ ਉੱਤੇ ਜੋ ਆਰੋਪ ਲੱਗੇ ਕਿ ਉਹਨੇ ਭਾਰਤ ਦਾ ਇੱਕ ਟੁੱਟਿਆ ਫੁੱਟਿਆ ਮੌਕਡ ਨਕਸ਼ਾ ਜਿਹੜਾ ਸੀ ਉਹ ਪੇਸ਼ ਕੀਤਾ ਤੇ ਉਸ ਨੂੰ ਲੈ ਕੇ ਉਹਦਾ ਬਾਈਕਾਟ ਕੀਤਾ ਗਿਆ, ਉਹਨੂੰ ਬੈਨ ਕਰਨਾ ਪਿਆ। ਬਹੁਤ ਸਾਰੇ ਡਿਸਪਿਊਟ, ਬਹੁਤ ਸਾਰੇ ਵਿਵਾਦ ਉਹਨੇ ਝੱਲੇ। ਅਗਰ ਇਸ ਸਾਰੇ ਮਸਲੇ ਦੇ ਵਿੱਚ ਵੇਖਿਆ ਜਾਏ ਤਾਂ ਸ਼ੁਭ ਦੀ ਵੀ ਗਲਤੀ ਹੈ। ਜੋ ਸਟੋਰੀ ਸ਼ੁਭ ਨੇ ਪੋਸਟ ਕੀਤੀ, ਬੇਸ਼ੱਕ ਉਹਨੇ ਪੰਜਾਬ ਦੇ ਲਈ ਕੀਤੀ, ਲੇਕਿਨ ਜਿਹੜਾ ਨਕਸ਼ਾ ਉਹਨੇ ਵਰਤਿਆ ਉਹ ਭਾਰਤ ਦਾ ਟੁੱਟਿਆ ਫੁੱਟਿਆ ਸੀ। ਜੇ ਤੁਸੀਂ ਪੜ੍ਹੇ ਲਿਖੇ ਹੋ, ਜੇ ਤੁਸੀਂ ਪੋਲੀਟੀਕਲ ਸਾਇੰਸ ਪੜ੍ਹੇ ਹੋ, ਤੁਸੀਂ ਜਾਣਦੇ ਹੋ ਤੇ ਕਿਸੇ ਵੀ ਦੇਸ਼ ਦਾ ਇਸ ਤਰੀਕੇ ਦਾ ਟੁੱਟਿਆ ਫੁੱਟਿਆ ਨਕਸ਼ਾ ਤੁਸੀਂ ਸ਼ੇਅਰ ਕਰਦੇ ਹੋ ਤਾਂ ਉਸ ਦੇਸ਼ ਦੀ ਸੰਪ੍ਰਭੂਤਾ, ਸੋਵਰਨਿਟੀ ਦੇ ਉੱਤੇ ਇੱਕ ਅਟੈਕ ਹੁੰਦਾ ਹੈ। ਇਸ ਨੂੰ ਇਹ ਮੰਨਿਆ ਜਾਂਦਾ ਹੈ ਕਿ ਇਹ ਗੈਸਚਰ ਦੇਸ਼ ਦੀ ਸੋਵਰਨਿਟੀ ਦੇ ਖਿਲਾਫ ਜਾ ਰਿਹਾ। ਉਹੀ ਜਾਣੇ ਅਣਜਾਣੇ ਵਿੱਚ, ਨਾ ਸਮਝੀ ਵਿੱਚ ਜਾਂ ਜਾਣਬੁੱਝ ਕੇ ਸ਼ੁਭ ਨੇ ਕੀਤਾ। ਉਸ ਤੋਂ ਬਾਅਦ
ਉਹੀ ਰਾਸ਼ਟਰਵਾਦੀ ਜਿਹੜੇ ਇਹਨਾਂ ਚੀਜ਼ਾਂ ਨੂੰ ਬਹੁਤ ਅਹਿਮੀਅਤ ਦਿੰਦੇ ਨੇ ਉਹਨਾਂ ਨੇ ਸ਼ੁਭ ਦਾ ਬੈਨ ਕੀਤਾ। ਤੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਲੈਵਲ ਉਹਨੂੰ ਦਿੱਤੇ ਗਏ ਉਹ ਬੜੀ ਆਮ ਜੀ ਗੱਲ ਹੈ। ਜਦੋਂ ਵੀ ਕੋਈ ਘੱਟ ਗਿਣਤੀਆਂ ਦੇ ਲੋਕ ਆਪਣੇ ਮੁੱਦੇ ਲੈ ਕੇ ਸਮਾਜ ਵਿੱਚ ਆਉਂਦੇ ਨੇ ਉਦੋਂ ਇਹੋ ਜਿਹੇ ਲੈਵਲ ਉਹਨਾਂ ਨੂੰ ਦਿੱਤੇ ਜਾਂਦੇ ਨੇ। ਪ੍ਰਾਈਮ ਐਗਜ਼ਾਮਪਲ ਇਸ ਚੀਜ਼ ਦਾ ਕਿਸਾਨ ਅੰਦੋਲਨ ਵਿੱਚ ਆਪਣੀਆਂ ਮੰਗਾਂ ਲੈ ਕੇ ਬੈਠੇ ਹੋਏ ਕਿਸਾਨਾਂ ਨੂੰ ਕਦੀ ਅੱਤਵਾਦੀ ਕਿਹਾ ਗਿਆ, ਕਦੀ ਵਿਕਣ ਵਾਲੇ, ਕਦੀ ਕਮਿਊਨਿਸਟ ਕਹਿ ਦਿੱਤਾ ਗਿਆ। ਸੋ ਇਹ ਚੀਜ਼ ਸਾਡੇ ਦੇਸ਼ ਵਿੱਚ ਅੱਜ ਦੇ ਵਿੱਚ ਬਹੁਤ ਕਾਮਨ ਹੋ ਰਹੀ ਹੈ ਤੇ ਇਹੀ ਚੀਜ਼ਾਂ ਸੋਸ਼ਲ ਮੀਡੀਆ ਦੀ ਇਹੀ ਟੌਕਸਿਟੀ ਬਲਦੀ ਹੋਈ ਦੇ ਵਿੱਚ ਤੇਲ ਦਾ ਕੰਮ ਕਰ ਰਹੇ ਨੇ। ਤੇ ਸੋਸ਼ਲ ਮੀਡੀਆ ਸਿਰਫ ਇੱਕ ਪਾਸੇ ਕੰਮ ਨਹੀਂ ਕਰ ਰਹੀ, ਜੋ ਉਹ ਨੌਨ ਸਿੱਖਾਂ ਨੂੰ ਰੈਡੀਕਲਾਈਜ਼ ਕਰ ਰਹੀ ਹੈ, ਭੜਕਾ ਰਹੀ ਹੈ, ਤੇ ਦੂਜੇ ਪਾਸੇ ਸਿੱਖਾਂ ਨੂੰ ਵੀ ਭੜਕਾ ਰਹੀ ਹੈ। ਵਿਦੇਸ਼ ਵਿੱਚ ਬਹਿ ਕੇ ਕੁਝ ਲੋਕ ਇਹੋ ਜਿਹੀਆਂ ਐਡਿਟ ਕਰਦੇ ਨੇ, ਇਹੋ ਜਿਹੀਆਂ ਰੀਲਾਂ, ਇਹੋ ਜਿਹੀਆਂ ਪੋਸਟਾਂ ਪ੍ਰਮੋਟ ਕਰ ਰਹੇ ਨੇ ਜਿਹਦੇ ਨਾਲ ਭਾਰਤ ਦੇ ਖਿਲਾਫ ਸਿੱਖਾਂ ਦੇ ਵਿੱਚ ਇੱਕ ਸੈਂਟੀਮੈਂਟ ਜਗਾਇਆ ਜਾਏ। ਉਹ ਸਿਰਫ ਇੱਕ ਪ੍ਰੋਪੋਗੈਂਡੇ ਤੋਂ ਇਲਾਵਾ ਕੁਝ ਨਹੀਂ। ਤੇ ਬਾਹਰ ਬੈਠੀਆਂ ਏਜੰਸੀਆਂ, ਚੀਨ ਤੇ ਪਾਕਿਸਤਾਨ ਦੀਆਂ ਖੂਫੀਆ ਏਜੰਸੀਆਂ ਉਸ ਦੇ ਪਿੱਛੇ ਇੱਕ ਬਹੁਤ ਵੱਡਾ ਰੋਲ ਨਿਭਾਉਂਦੀਆਂ ਨੇ ਤਾਂ ਕਿ ਭਾਰਤ ਦੇ ਵਿੱਚ ਇੱਕ ਤਰੀਕੇ ਦਾ ਵਿਵਾਦ ਖੜਾ ਕੀਤਾ ਜਾ ਸਕੇ। ਤੇ ਇਸ ਸਭ ਦੇ ਵਿੱਚ ਆਪਣੇ ਸਟੈਂਡਰਡ ਨੂੰ ਦਿਨੋਂ ਦਿਨ ਡੇਗ ਰਹੀ ਗੋਦੀ ਮੀਡੀਆ ਦਾ ਵੀ ਬਹੁਤ ਵੱਡਾ ਰੋਲ ਹੈ। ਜਿਸ ਤਰੀਕੇ ਦੀਆਂ ਹੈਡਲਾਈਨਸ, ਜਿਸ ਤਰੀਕੇ ਦੀ ਲੋ ਲੈਵਲ ਪੱਤਰਕਾਰਤਾ ਉਹ ਕਰ ਰਹੇ ਨੇ, ਕੈਨੇਡਾ ਦੇ PM ਦੇ ਲਈ ਇਹੋ ਜਿਹੇ ਬਿਅੰਗਬਾਜ਼ੀ ਕਰਨੀ ਜਾਂ ਉਹ ਇੱਕ ਦੇਸ਼ ਦੇ ਲਈ ਇਹੋ ਜਿਹੀਆਂ ਗੱਲਾਂ ਪਰਚਾਉਣੀਆਂ ਜਾਂ ਇਹੋ ਜਿਹੇ ਮਸਲਿਆਂ ਨੂੰ ਉਭਾਰਨਾ ਉਹਨਾਂ ਲਈ ਬੜੀ ਆਮ ਹੈ। ਉਹ ਇੱਕ ਬਹੁਤ ਲੋ ਲੈਵਲ ਦਾ ਕੰਮ ਕਰ ਰਹੇ ਨੇ। ਬੜੇ ਮੱਕਾਰ ਕਿਸਮ ਦੀ ਪੱਤਰਕਾਰਤਾ ਸਾਡੇ ਦੇਸ਼ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਇੱਕ ਪਾਸੇ ਆਪਣਾ ਝੂਠਾ ਏਜੰਡਾ ਚਲਾਉਣ ਵਾਲੇ ਲੋਕਾਂ ਨੂੰ ਉਹ ਆਪਣੀ TV ਦੇ ਉੱਤੇ ਸਕਰੀਨ ਟਾਈਮ ਦਿੰਦੇ ਨੇ ਕਿ ਇਹ ਦੇਸ਼ ਦੇ ਨੈਸ਼ਨਲ ਹਿੱਤਾਂ ਦੇ ਵਿੱਚ ਗੱਲ ਹੈ। ਦੂਜੇ ਪਾਸੇ ਉਹ ਆਪਣੇ ਆਪ ਨੂੰ ਬਹੁਤ ਵੱਡੇ ਰਾਸ਼ਟਰਵਾਦੀ ਮੰਨਦੇ ਨੇ। ਤੇ ਇਹ ਗੋਦੀ ਮੀਡੀਆ ਦਾ ਕੰਮ ਹੀ ਇਹ ਵੇ, ਡਿਫੇਮ ਕਰਨਾ। ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਸਰਕਾਰ ਦੀ ਚਾਟੂਕਾਰਤਾ ਕਰਦੇ ਹੋਏ ਉਹਨਾਂ ਨੇ ਭੋਲੇ ਭਾਲੇ ਕਿਸਾਨਾਂ ਨੂੰ ਡਿਫੇਮ ਕੀਤਾ, ਐਵੇਂ ਹੀ ਹੁਣ ਇਹਨਾਂ ਮਸਲਿਆਂ ਦੇ ਉੱਤੇ ਉਹ ਘੱਟ ਗਿਣਤੀ ਸਿੱਖਾਂ ਨੂੰ ਵੀ ਡਿਫੇਮ ਕਰਨ ਦੀ ਕੋਸ਼ਿਸ਼ ਕਰਨਗੇ। ਜਿਸ ਤੌਰ ਦੇ ਵਿੱਚ ਅਸੀਂ ਜੋ ਰਹੇ ਹਾਂ ਉੱਥੇ ਸੋਸ਼ਲ ਮੀਡੀਆ ਤੇ ਡਿਜੀਟਲ ਮੀਡੀਆ ਇੱਕ ਬਹੁਤ ਵੱਡਾ ਰੋਲ ਅਦਾ ਕਰਦੇ ਨੇ। ਇਸ ਕਰਕੇ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ। ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਅਸੀਂ 100 ਵਾਰ ਸੋਚੀਏ ਤਾਂ ਕਿ ਸਾਡੀ ਕੀਤੀ ਹੋਈ ਕੋਈ ਇੱਕ ਪੋਸਟ, ਕੋਈ ਇੱਕ ਭੜਕਾਊ ਕਿਸੇ ਸਮਾਜ ਦੇ ਵਿੱਚ, ਦੋ ਕਮਿਊਨਿਟੀਆਂ ਦੇ ਵਿੱਚ ਕਿਸੇ ਤਰੀਕੇ ਦੀ ਨਫ਼ਰਤ ਨਾ ਪੈਦਾ ਕਰੇ। ਇਹ ਸਾਨੂੰ ਜ਼ਿੰਮੇਵਾਰੀ ਸਮਝਣੀ ਚਾਹੀਦੀ ਸਾਡੀ। ਹੁਣ ਇਸ ਵੀਡੀਓ ਦਾ ਸਭ ਤੋਂ ਜ਼ਰੂਰੀ ਪਾਰਟ, ਬਾਹਰ ਬੈਠੇ ਹੋਏ ਸਿੱਖ ਹਿਤੈਸ਼ੀ ਆਪਣੇ ਆਪ ਨੂੰ ਖਾਲਿਸਤਾਨੀ ਲੀਡਰ ਕਹਿਣ ਵਾਲਿਆਂ ਦੇ ਉੱਤੇ ਅਸੀਂ ਗੱਲ ਕਰਾਂਗੇ। ਉਹਨਾਂ ਦੇ ਚਿਹਰਿਆਂ ਦੇ ਉੱਤੇ ਜਿਹੜੇ ਨਕਾਬ ਚੜਾਈ ਬੈਠੇ ਨੇ ਉਹਨਾਂ ਨੂੰ ਲਾਉਣ ਦੀ ਕੋਸ਼ਿਸ਼ ਕਰਾਂਗੇ। ਹਰਦੀਪ ਸਿੰਘ ਨਿੱਜਰ, ਗੁਰਪਤਵੰਤ ਸਿੰਘ ਪੰਨੂ ਤੇ ਇਹੋ ਜਿਹੇ ਹੋਰ ਸੰਗਠਨ ਤੇ ਲੋਕ ਜਿਹੜੇ ਪੰਜਾਬ ਤੋਂ ਬਾਹਰ ਵਿਦੇਸ਼ਾਂ ਦੀ ਧਰਤੀਆਂ ਦੇ ਉੱਤੇ ਬਹਿ ਕੇ ਪੰਜਾਬ ਨੂੰ ਆਜ਼ਾਦ ਕਰਨ ਦੀ ਲੜਾਈ ਲੜ ਰਹੇ ਨੇ। ਸਭ ਤੋਂ ਪਹਿਲੀ ਗੱਲ, ਇੱਕ ਇਹੋ ਜਿਹੀ ਲੜਾਈ ਹੈ ਜਿਹੜੀ ਆਪਣੇ ਦੇਸ਼ ਤੋਂ ਬਾਹਰ ਜਾ ਕੇ ਲੜੀ ਜਾ ਰਹੀ ਹੈ। ਤੁਸੀਂ ਲੜ ਪੰਜਾਬ ਲਈ ਰਹੇ ਹੋ ਤੇ ਬੈਠੇ ਤੁਸੀਂ ਵਿਦੇਸ਼ਾਂ ਦੇ ਵਿੱਚ ਕਿ ਸਾਡੇ ਵਿੱਚ ਇੰਨੀ ਹਿੰਮਤ ਹੀ ਨਹੀਂ ਕਿ ਪੰਜਾਬ ਆ ਕੇ ਉਹਨਾਂ ਦੇ ਹੱਕਾਂ ਦੀ ਗੱਲ ਕੀਤੀ ਜਾ ਸਕੇ। ਇੱਕ ਐਸੇ ਮਾਹੌਲ ਦੇ ਵਿੱਚ ਜਿੱਥੇ ਤੁਹਾਨੂੰ ਸਰਕਾਰਾਂ ਦੀ ਸ਼ਹਿ ਪ੍ਰਾਪਤ ਹੋਵੇ ਤੇ ਤੁਹਾਨੂੰ ਪੰਜਾਬ ਤੋਂ ਬਾਹਰ ਰਹਿ ਕੇ ਕੁਝ ਵੀ ਕਹਿਣਾ ਹੋਵੇ ਬਹੁਤ ਸੌਖਾ ਹੈ। ਗੱਲ ਇਹ ਹੈ ਕਿ ਜਦੋਂ ਤੁਸੀਂ ਗਰਾਊਂਡ ਤੇ ਆ ਕੇ ਖੁਦ ਇੱਥੇ ਆ ਕੇ ਮਸਲਿਆਂ ਨੂੰ ਚੁੱਕਦੇ ਹੋ ਉੱਥੇ ਤੁਹਾਡੀ ਬਹਾਦਰੀ ਦਾ ਪਤਾ ਲੱਗਦਾ ਹੈ ਜਿਹੜੀ ਇਹਨਾਂ ਲੋਕਾਂ ਵਿੱਚ ਹੈ ਹੀ ਨਹੀਂ। ਜੇ ਸਾਡੇ ਦੇਸ਼ ਦੀ ਗੋਦੀ ਮੀਡੀਆ ਇੰਡੀਅਨ ਗਵਰਨਮੈਂਟ ਦੀ ਪਿੱਠੂ ਬਣ ਕੇ ਕੰਮ ਕਰ ਰਹੀ ਹੈ ਤੇ ਇਹ ਲੋਕ ਜਿਹੜੇ ਆਪਣੇ ਆਪ ਨੂੰ ਸਿੱਖ ਹਿਤੈਸ਼ੀ ਦੱਸਦੇ ਨੇ ਇਹ ਵੀ ਵੈਸਟਰਨ ਏਜੰਡੇ ਦੇ ਹਿਤੈਸ਼ੀ ਬਣ ਕੇ ਉਹਨਾਂ ਦੇ ਪਿੱਠੂ ਬਣ ਕੇ ਇੰਡੀਆ ਜਾਂ ਪੰਜਾਬ ਦੇ ਖਿਲਾਫ ਕੰਮ ਕਰ ਰਹੇ ਨੇ। ਪੰਜਾਬ ਤੇ ਸਿੱਖੀ ਦੇ ਖਿਲਾਫ ਕਿਵੇਂ, ਇਹ ਮੈਂ ਅੱਗੇ ਤੁਹਾਨੂੰ ਦੱਸਦਾ। ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕਿ ਇਹੋ ਜਿਹੇ ਲੋਕ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਖਾਲਿਸਤਾਨੀ ਦੱਸਦੇ ਨੇ ਇਹ ਸਿੱਖੀ ਦੇ ਸਭ ਤੋਂ ਵੱਡੇ ਦੁਸ਼ਮਣ ਨੇ, ਇਹ ਪੰਜਾਬ ਦੇ ਸਭ ਤੋਂ ਵੱਡੇ ਦੁਸ਼ਮਣ ਨੇ। ਆਪਣੇ ਆਪ ਨੂੰ ਖਾਲਿਸਤਾਨ ਦਾ ਪ੍ਰੈਜ਼ੀਡੈਂਟ ਮੰਨਣ ਵਾਲੇ ਗੁਰਪਤਵੰਤ ਸਿੰਘ ਪੰਨੂ ਦੇ ਤੁਸੀਂ ਜਦ ਸ਼ਕਲ ਵੇਖਦੇ ਹੋ ਕਿ ਇਹ ਸਿੱਖੀ ਸਰੂਪ ਦੇ ਉੱਤੇ ਕਾਇਮ ਹੈ, ਜਿਨ੍ਹਾਂ ਨੂੰ ਪੱਗ ਬੰਨਣ ਤੋਂ ਵੀ ਸ਼ਰਮ ਆਉਂਦੀ ਹੈ, ਜਿਨ੍ਹਾਂ ਨੂੰ ਸਰੂਪ ਰੱਖਣ ਤੋਂ ਵੀ ਸ਼ਰਮ ਆਉਂਦੀ ਹੈ, ਜਿਹੜਾ ਕਿ ਇੱਕ ਬੇਸਿਕ ਨੀਡ ਹੈ ਸਿੱਖੀ ਦੀ, ਇੱਕ ਸ਼ੁਰੂਆਤੀ ਪੁਆਇੰਟ ਹੈ ਸਿੱਖੀ ਦਾ। ਜਦੋਂ ਤੁਸੀਂ ਉਸ ਤੇ ਹੀ ਪੂਰੇ ਨਹੀਂ ਉਤਰੇ ਤੇ ਤੁਸੀਂ ਕੀ ਗੱਲ ਕਰ ਰਹੇ ਹੋ। ਹੁਣ ਕੋਈ ਕਹੇਗਾ ਜੀ ਉਹਨਾਂ ਦੀ ਇੰਟੈਂਸ਼ਨ ਵੇਖੋ, ਜੇ ਇੰਟੈਂਸ਼ਨ ਤੁਹਾਡੀ ਹੈ ਤੇ ਫਿਰ ਪੱਗ ਬੰਨਣ ਦੇ ਵਿੱਚ, ਦਾੜੀ ਕੇਸ ਰੱਖਣ ਵਿੱਚ ਕੀ ਸ਼ਰਮ ਹੈ। ਇੱਦਾਂ ਕੂਲ ਲੱਗਦੇ ਨੇ ਸ਼ਾਇਦ ਤਾਂ ਕਰਕੇ ਕਰਦੇ ਹੋਣਗੇ। ਜੇ ਇਹਨਾਂ ਦੀਆਂ ਫਰਜ਼ੀ ਵੀਡੀਓ ਤੇ ਝੂਠੇ ਏਜੰਡੇ ਤੋਂ ਤੁਹਾਨੂੰ ਸਮਾਂ ਮਿਲ ਜਾਏ ਤੇ ਬਾਹਰ ਬਹਿ ਕੇ ਵੀ ਕਿਵੇਂ ਅੰਦੋਲਨ ਚਲਾਏ ਜਾਂਦੇ ਨੇ ਉਹਨੂੰ ਅਗਰ ਤੁਸੀਂ ਜਾਣਨਾ ਹੋਵੇ ਤੇ ਗਦਰ ਮੂਵਮੈਂਟ ਨੂੰ ਵੇਖ ਲਵੋ। ਕਿਵੇਂ ਦੇਸ਼ ਵਿੱਚ ਆ ਕੇ ਗਦਰ ਕਰਨ ਦੇ ਲਈ ਉਹਨਾਂ ਨੇ ਬਾਹਰ ਬਹਿ ਕੇ ਸਨ ਫਰਾਂਸਿਸਕੋ ਵਰਗੇ ਥਾਵਾਂ ਨੂੰ ਕੇਂਦਰ ਬਣਾ ਕੇ, ਜਰਮਨ ਵਰਗੇ ਥਾਵਾਂ ਨੂੰ ਕੇਂਦਰ ਬਣਾ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਨੂੰ ਕਾਇਮ ਰੱਖਿਆ। ਉਹ ਪਰਫੈਕਟ ਐਗਜ਼ਾਮਪਲ ਹੈ। ਤੇ ਇਹੋ ਜਿਹੇ ਲੋਕ ਜਿਹੜੇ ਮੌਸਮੀ ਡੱਡੂ ਬਣ ਕੇ ਉਦੋਂ ਸਾਹਮਣੇ ਆਉਂਦੇ ਨੇ ਜਦੋਂ ਇਹਨਾਂ ਦੇ ਆਕਾ ਪਿੱਛੋਂ ਇਹਨਾਂ ਨੂੰ ਧੱਕਾ ਲਾਉਂਦੇ ਨੇ ਕਿ ਜਾਓ ਜਾ ਕੇ ਭੜਕਾਊ ਬਿਆਨ ਦੇਵੋ। ਇਸ ਤਰੀਕੇ ਨਾਲ ਅੰਦੋਲਨ ਨਹੀਂ ਚੱਲਦੇ।
ਸਭ ਤੋਂ ਵੱਡੀ ਚੀਜ਼ ਜਿਹੜੇ ਇਹ ਸੋ ਕਾਲਡ ਖਾਲਿਸਤਾਨੀ ਕਰ ਰਹੇ ਨੇ ਉਹ ਹੈ ਇੱਕ ਸਮੁਦਾਇ, ਇੱਕ ਧਰਮ ਦੇ ਖਿਲਾਫ ਸਿੱਖਾਂ ਦੇ ਅੰਦਰ ਨਫ਼ਰਤ ਪੈਦਾ ਕਰਨੀ। ਇਹ ਸਭ ਤੋਂ ਵੱਡੀ ਚੀਜ਼ ਹੈ ਤੇ ਸਿੱਖੀ ਸਿਧਾਂਤਾਂ ਤੋਂ ਸਭ ਤੋਂ ਦੂਰ ਜਾਂਦੀ ਹੈ। ਮੈਨੂੰ ਤੁਸੀਂ ਇਤਿਹਾਸ ਦੇ ਵਿੱਚੋਂ ਇੱਕ ਵੀ ਐਗਜ਼ਾਮਪਲ ਲੱਭ ਕੇ ਵਿਖਾ ਦੇਵੋ ਉਹ ਦੌਰ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾ ਰਹੇ ਸਨ, ਜਦੋਂ ਹਰ ਮੋੜ ਦੇ ਉੱਤੇ ਟਕੂਏ ਲੈ ਕੇ ਲੋਕ ਖੜੇ ਸਨ ਕਿ ਕੋਈ ਸਿੱਖ ਮਿਲੇ ਉਹਦਾ ਸਿਰ ਕਲਮ ਕਰਕੇ ਅਸੀਂ ਵੇਚ ਦਈਏ। ਉਸ ਹਾਲਾਤਾਂ ਵਿੱਚੋਂ ਲੰਘਣ ਤੋਂ ਬਾਅਦ ਵੀ ਸਿੱਖਾਂ ਨੇ ਜਦੋਂ ਆਪਣਾ ਰਾਜ ਕਾਇਮ ਕੀਤਾ, ਕਿਸੇ ਨਿਰਦੋਸ਼ ਮੁਸਲਮਾਨ ਨੂੰ, ਕਿਸੇ ਨਿਰਦੋਸ਼ ਹਿੰਦੂ ਨੂੰ ਉਹਨਾਂ ਨੇ ਕਤਲ ਨਹੀਂ ਕੀਤਾ। ਉਹਨਾਂ ਕੋਲੋਂ, ਆਮ ਲੋਕਾਂ ਕੋਲੋਂ ਬਦਲੇ ਨਹੀਂ ਲਏ। ਉਹਨਾਂ ਦੀ ਲੜਾਈ ਸਰਕਾਰਾਂ ਨਾਲ ਸੀ, ਹਕੂਮਤਾਂ ਨਾਲ ਸੀ, ਉਹਨਾਂ ਨਾਲੋਂ ਲਗਾਤਾਰ ਲੜਦੇ ਰਹੇ। ਤੇ ਦੂਜੇ ਪਾਸੇ ਇਹ ਲੋਕ ਨੇ ਜਿਹੜੇ ਸਰਕਾਰ ਤੋਂ ਤੇ ਡਰਦੇ ਨੇ, ਭਾਰਤ ਆਉਣ ਤੋਂ ਡਰਦੇ ਨੇ, ਤੇ ਦੂਜੇ ਪਾਸੇ ਆਮ ਭੋਲੇ ਭਾਲੇ ਲੋਕ ਇੰਡੀਅਨਸ ਜਿਹੜੇ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਡਰਾਉਂਦੇ ਨੇ, ਕੈਨੇਡਾ ਛੱਡ ਜਾਣ ਦੀ ਗੱਲ ਕਰਦੇ ਨੇ, ਮੰਦਿਰਾਂ ਦੇ ਉੱਤੇ ਅਟੈਕ ਕਰਦੇ ਨੇ। ਦੂਜੇ ਪਾਸੇ ਸਿੱਖ ਰਾਜ ਦੇ ਨਾਇਕ ਮਹਾਰਾਜਾ ਰਣਜੀਤ ਸਿੰਘ ਸਨ ਜਿਹੜੇ ਨਾ ਸਿਰਫ ਦਰਬਾਰ ਸਾਹਿਬ ਬਲਕਿ ਲਾਹੌਰ ਦੇ ਵਿੱਚ ਮਸਜਿਦਾਂ ਨੂੰ ਵੀ ਤੇ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਵੀ ਸੋਨਾ ਦਾਨ ਕਰਦੇ ਨੇ। ਕਿੱਥੋਂ ਰੀਸ ਕਰ ਲੈਣਗੇ ਇਹ ਉਸ ਖਾਲਸਾ ਰਾਜ ਦੀ ਜਿਸ ਖਾਲਸਾ ਰਾਜ ਦੇ ਕਦਮਾਂ ਉੱਤੇ ਚੱਲਣ ਦੀ ਇਹ ਗੱਲ ਕਰ ਰਹੇ ਨੇ। ਕਿਸੇ ਦੇ ਧਰਮ ਸਥਾਨ ਦੇ ਉੱਤੇ ਕਾਲਖ ਪੋਤ ਦੇਣੀ, ਨਾਰੇ ਲਿਖ ਦੇਣੇ, ਕਿਸੇ ਆਮ ਲੋਕਾਂ ਨੂੰ ਧਮਕੀਆਂ ਦੇਣੀਆਂ, ਇੱਕ ਦੇਸ਼ ਦੇ ਝੰਡੇ ਨੂੰ ਪੈਰਾਂ ਥੱਲੇ ਸੁੱਟ ਦੇਣਾ, ਸਾੜ ਦੇਣਾ, ਕਿ ਇਹ ਸਿੱਖੀ ਦੇ ਸਿਧਾਂਤ ਨੇ? ਗੱਲ ਇਹ ਹੈ ਕਿ ਜਿਹੜਾ ਕਰਤਾਰ ਦੇ ਵਿੱਚ ਪਤਨ ਆਇਆ ਉਹ ਇੱਥੇ ਸਾਫ਼-ਸਾਫ਼ ਦਿਖ ਰਿਹਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਇੱਕ ਘਟਨਾ ਬਹੁਤ ਪਿਆਰੀ ਹੁੰਦੀ ਹੈ ਕਿ ਜੰਗੇ ਮੈਦਾਨ ਦੇ ਵਿੱਚ ਲੜਦੇ ਹੋਏ ਸਿੱਖਾਂ ਦੇ ਹੱਥ ਇੱਕ ਮੁਸਲਮਾਨ ਔਰਤ ਲੱਗੀ। ਸਿੱਖਾਂ ਨੇ ਲਿਆ ਕੇ ਉਹ ਗੁਰੂ ਸਾਹਿਬ ਸਾਹਮਣੇ ਪੇਸ਼ ਕੀਤੀ ਤੇ ਉੱਥੇ ਕੁਝ ਲੋਕਾਂ ਨੇ ਦਲੀਲ ਦਿੱਤੀ ਕਿ ਸਾਡੀਆਂ ਬਹੁ ਬੇਟੀਆਂ ਨੂੰ ਜਦੋਂ ਮੁਸਲਮਾਨ ਜਾਂ ਇਸ ਮੁਗਲ ਜੰਗਾਂ ਦੇ ਵਿੱਚ ਫੜ ਲੈਂਦੇ ਨੇ ਤੇ ਉਹ ਬਹੁਤ ਕੁਝ ਕਰਦੇ ਨੇ, ਬੇਪੱਤੀ ਕਰਦੇ ਨੇ ਇਹਨਾਂ ਦੀ, ਤੇ ਜੰਗ ਦੇ ਵਿੱਚ ਮੰਨਿਆ ਜਾਂਦਾ ਕਿ ਸਭ ਕੁਝ ਜਾਇਜ਼ ਹੁੰਦਾ ਹੈ, ਕਿ ਸਾਨੂੰ ਇਹਦੇ ਨਾਲ ਇਹੀ ਵਿਵਹਾਰ ਨਹੀਂ ਕਰਨਾ ਚਾਹੀਦਾ। ਤੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਇਤਿਹਾਸ ਵਿੱਚ ਦਰਜ ਨੇ। ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਸ ਸਿੱਖ ਕਿਰਦਾਰ ਨੂੰ ਬਣਾਉਣ ਦੇ ਵਿੱਚ ਇੰਨਾ ਸਮਾਂ ਲਾ ਦਿੱਤਾ ਹੈ, ਉਹ ਸਿੱਖ ਕਿਰਦਾਰ ਇਹੋ ਜਿਹੀ ਛੋਟੀਆਂ ਤੇ ਕੁਝੀਆਂ ਹਰਕਤਾਂ ਨਹੀਂ ਕਰਦਾ, ਉਹ ਇੱਕ ਵੱਡੇ ਟੀਚੇ ਨੂੰ ਆਪਣੇ ਦਿਮਾਗ ਵਿੱਚ ਲੈ ਕੇ ਤੁਰਦਾ ਹੈ। ਇਹ ਚੀਜ਼ ਨੇ ਹੀ ਸਿੱਖਾਂ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ, ਇੱਕ ਵੱਖਰਾ ਕਿਰਦਾਰ ਦਿੱਤਾ ਕਿ ਉਹ ਜ਼ੁਲਮ ਦੇ ਖਿਲਾਫ ਸਨ, ਆਮ ਲੋਕਾਂ ਦੇ ਖਿਲਾਫ ਨਹੀਂ ਸਨ। ਉਹ ਐਟਰੋਸਿਟੀਜ਼ ਦਾ ਮੁਕਾਬਲਾ ਜ਼ਰੂਰ ਕਰ ਰਹੇ ਸਨ ਪਰ ਉਹ ਆਮ ਲੋਕਾਂ ਨਾਲ ਨਫ਼ਰਤ ਨਹੀਂ ਸਨ ਕਰ ਰਹੇ। ਤੇ ਇਹੋ ਜਿਹੇ ਲੋਕ ਜਿਹੜੇ ਮੰਦਿਰਾਂ ਦੇ ਉੱਤੇ ਅਟੈਕ ਕਰਕੇ, ਜਿਹੜੇ ਦੇਸ਼ ਦੇ ਝੰਡੇ ਨੂੰ ਸਾੜ ਕੇ ਸੋ ਕੂਲ ਬਣ ਰਹੇ ਨੇ ਤੇ ਆਪਣੇ ਆਪ ਨੂੰ ਸਿੱਖ ਹਿਤੈਸ਼ੀ ਦੱਸ ਰਹੇ ਨੇ, ਬਹੁਤ ਵੱਡੇ ਬਹਾਦਰ ਯੋਧੇ ਦੱਸ ਰਹੇ ਨੇ, ਇਤਿਹਾਸ ਇਹਨਾਂ ਦੇ ਮੂੰਹ ਦੇ ਉੱਤੇ ਇੱਕ ਬਹੁਤ ਕਰਾਰੀ ਚਪੇਟ ਹੈ। ਜੇ ਤੁਸੀਂ ਇਹਨਾਂ ਨੂੰ ਸਵਾਲ ਕਰੋ ਕਿ ਤੁਹਾਡਾ ਏਜੰਡੇ ਦਾ ਤੁਹਾਡੇ ਕੋਲ ਪਲਾਨ ਕੀ ਹੈ, ਇਹਨਾਂ ਕੋਲ ਕਿਸੇ ਵੀ ਤਰੀਕੇ ਦਾ ਕੋਈ ਪਲਾਨ ਨਹੀਂ। ਇਹ ਸਿਰਫ ਆਪਣੇ ਆਕਾ ਦੀ, ਆਪਣੇ ਪਿੱਛੇ ਕੰਮ ਕਰਦੀਆਂ ਏਜੰਸੀਆਂ ਦੇ ਇਸ਼ਾਰੇ ਦੇ ਉੱਤੇ ਕੰਮ ਕਰਦੇ ਨੇ। ਇਹਨਾਂ ਦੀ ਆਪਣੀ ਕੋਈ ਸੋਚ ਨਹੀਂ। ਇਹ ਫੰਡ ਇਕੱਠੇ ਕਰਕੇ ਆਪਣੇ ਬੱਚਿਆਂ ਦੇ ਲਈ ਇੱਕ ਫਿਊਚਰ ਸਿਕਿਉਰ ਕਰ ਰਹੇ ਨੇ ਤੇ ਦੂਜੇ ਪਾਸੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ, ਉਹਨਾਂ ਦੇ ਪੁੱਤਰਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਜਿੰਨਾ ਹੋ ਸਕਦਾ ਇਹਨਾਂ ਝੂਠੇ ਤੇ ਗੱਦਾਰ ਲੋਕਾਂ ਤੋਂ ਬਚੋ। ਅਸਲ ਦੇ ਵਿੱਚ ਅਸੀਂ ਸਿੱਖ ਪੰਜਾਬੀ ਬਹੁਤ ਭਾਵੁਕ ਹਾਂ। ਜਦੋਂ ਕੋਈ ਸਾਡੇ ਲਈ ਹਮਦਰਦੀ ਦਿਖਾਉਂਦਾ ਅਸੀਂ ਝੱਟ ਉਹਦੇ ਮਗਰੋਂ ਤੁਰਦੇ ਹਾਂ। ਆਬਜੈਕਟਿਵ ਹੋ ਕੇ ਅਸੀਂ ਸੋਚਦੇ ਹੀ ਨਹੀਂ, ਵਿਵੇਕ ਲੈ ਕੇ ਅਸੀਂ ਸੋਚਦੇ ਨਹੀਂ। ਇਸੇ ਕਰਕੇ ਆਏ ਦਿਨ ਕੋਈ ਨਾ ਕੋਈ ਨਵਾਂ ਹੀਰੋ, ਕੋਈ ਨਾ ਕੋਈ ਨਵਾਂ ਲੀਡਰ ਸਾਨੂੰ ਠੱਗ ਕੇ ਆਪਣੇ ਰਾਹ ਤੁਰ ਜਾਂਦਾ ਹੈ। ਇਹੀ ਸਭ ਇਹ ਲੋਕ ਵੀ ਕਰ ਰਹੇ ਨੇ। ਆਮ ਪੰਜਾਬੀਆਂ ਦੇ ਕੋਲੋਂ, ਆਮ ਸਿੱਖਾਂ ਦੇ ਕੋਲੋਂ ਕਰੋੜਾਂ ਰੁਪਏ ਉਗਰਾ ਕੇ ਇਹ ਆਪਣੇ ਘਰ ਭਰ ਰਹੇ ਨੇ, ਆਪਣੀ ਪ੍ਰਾਪਰਟੀਆਂ ਵਧਾ ਰਹੇ ਨੇ। ਜਦੋਂ ਵੀ ਕੋਈ ਮੇਰੇ ਵਰਗਾ ਇਹਨਾਂ ਦੇ ਖਿਲਾਫ ਬੋਲਦਾ ਹੈ, ਇਹਨਾਂ ਦੇ ਝੂਠੇ ਨਕਾਬ ਨੂੰ ਪਾੜਨ ਦੀ ਕੋਸ਼ਿਸ਼ ਕਰਦਾ ਹੈ, ਉਦੋਂ ਫਿਰ ਗੱਦਾਰ ਦਾ ਲੈਵਲ ਦੇ ਦਿੱਤਾ ਜਾਂਦਾ ਹੈ। ਇਹ ਸਾਡੇ ਦੇਸ਼ ਦੇ ਵਿੱਚ ਇੱਕ ਟ੍ਰੈਂਡ ਬਣ ਚੁੱਕਿਆ ਹੈ। ਜੇ ਤੁਸੀਂ ਇਹੋ ਜਿਹੇ ਲੋਕਾਂ ਦਾ ਨਕਾਬ ਲਾਓਗੇ ਤੁਹਾਨੂੰ ਸਿੱਖ ਵਿਰੋਧੀ ਕਹਿ ਦਿੱਤਾ ਜਾਏਗਾ। ਜੇ ਤੁਸੀਂ ਭਾਰਤ ਸਰਕਾਰ ਦਾ ਨਕਾਬ ਲਾਓਗੇ ਤੇ ਉਹ ਤੁਹਾਨੂੰ ਖਾਲਿਸਤਾਨੀ ਕਹਿ ਦੇਣਗੇ। ਆਪਣੇ ਹੱਕਾਂ ਦੇ ਲਈ ਬੋਲਣਾ ਸਾਨੂੰ ਆਉਣਾ ਚਾਹੀਦਾ ਹੈ ਤੇ ਗਲਤ ਨੂੰ ਗਲਤ ਕਹਿਣ ਦੀ ਸਾਡੇ ਅੰਦਰ ਹਿੰਮਤ ਹੋਣੀ ਚਾਹੀਦੀ ਹੈ। ਜਿਸ ਦੌਰ ਵਿੱਚ ਅਸੀਂ ਜੋ ਰਹੇ ਹਾਂ, ਵਾਇਲੈਂਸ ਦੇ ਨਾਲ ਕੋਈ ਵੀ ਜੰਗ ਨਹੀਂ ਜਿੱਤੀ ਜਾ ਸਕਦੀ। ਐਡਾ ਵੱਡੇ ਮੂਵਮੈਂਟ ਜਿਹੜੇ ਮੁਸਲਮਾਨ ਅੱਤਵਾਦੀਆਂ ਨੇ ਸ਼ੁਰੂ ਕੀਤੇ ਇਸਲਾਮਿਕ ਸਟੇਟ ਬਣਾਉਣ ਵਾਸਤੇ, ਉਹਨਾਂ ਦਾ ਕੀ ਸਿੱਟਾ ਰਿਹਾ? ਮੈਂ ਇਸ ਗੱਲ ਦੀ ਗਾਰੰਟੀ ਲੈ ਸਕਦਾ, ਸ਼ਰਤ ਲਾ ਸਕਦਾ, ਕੋਈ ਵੀ ਐਕਸਟ੍ਰੀਮਿਸਟ, ਭਾਵੇਂ ਉਹ ਕਮਿਊਨਿਸਟ ਹੋਣ, ਭਾਵੇਂ ਉਹ ਸਿੱਖ ਅਲਗਾਵਵਾਦੀ ਹੋਣ, ਭਾਵੇਂ ਹਿੰਦੂ ਕੱਟੜਪੰਥੀ ਹੋਣ ਜਾਂ ਮੁਸਲਿਮ ਕੱਟੜਪੰਥੀ ਹੋਣ, ਇਹੋ ਜਿਹੇ ਮੂਵਮੈਂਟ ਕਦੀ ਵੀ ਅੱਜ ਦੇ ਦੌਰ ਦੇ ਵਿੱਚ ਸਫਲ ਨਹੀਂ ਹੋ ਸਕਦੇ। ਸਕਸੈਸ ਅੱਜ ਦੇ ਟਾਈਮ ਦੇ ਉੱਤੇ ਨਾਨ ਵਾਇਲੈਂਟ ਮੂਵਮੈਂਟਸ ਨੂੰ ਮਿਲਦੀ ਹੈ ਤੇ ਉਹਦਾ ਸਭ ਤੋਂ ਵੱਡਾ ਐਗਜ਼ਾਮਪਲ ਹੈ ਕਿਸਾਨ ਅੰਦੋਲਨ। ਇਹੋ ਜਿਹੇ ਲੋਕ ਆਪਣੀਆਂ ਮਾੜੀਆਂ ਕਰਤੂਤਾਂ ਦੇ ਨਾਲ ਸਿੱਖਾਂ ਦਾ ਨਾਮ ਬਦਨਾਮ ਕਰਦੇ ਨੇ ਪਏ ਨੇ। ਇਸ ਸਿੱਖੀ ਦੇ ਉੱਤੇ, ਸਿੱਖ ਕਿਰਦਾਰਾਂ ਦੇ ਉੱਤੇ ਕਲੰਕ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ। ਇਹਨਾਂ ਲੋਕਾਂ ਨੂੰ ਜਿੰਨੀ ਛੇਤੀ ਹੋ ਸਕਦਾ ਹੈ ਬੇਨਕਾਬ ਕਰਨ ਦੀ ਲੋੜ ਹੈ। ਜਦੋਂ ਆਮ ਸਿੱਖ ਇਹਨਾਂ ਨੂੰ ਸਵਾਲ ਪੁੱਛੇਗਾ ਫਿਰ ਇਹਨਾਂ ਨੂੰ ਗੱਲਾਂ ਸਮਝ ਵਿੱਚ ਆਉਣਗੀਆਂ। ਜੇ ਤੁਸੀਂ ਸਿੱਖੀ ਸਿਧਾਂਤਾਂ ਨੂੰ ਖੁਦ ਪੜ੍ਹ ਲਵੋ ਤੁਹਾਨੂੰ ਇਹਨਾਂ ਦਾ ਅਸਲ ਸੱਚ ਆਪਣੇ ਆਪ ਸਮਝ ਆ ਜਾਏਗਾ। ਕਿਸੇ ਨੂੰ ਸੁਣਨ ਦੀ, ਕਿਸੇ ਨੂੰ ਸਮਝਣ ਦੀ ਜ਼ਰੂਰਤ ਨਹੀਂ। ਜੇ ਤੁਸੀਂ ਸਿੱਖੀ ਸਿਧਾਂਤ ਜਾਣਦੇ ਹੋ
ਤੇ ਇਹਨਾਂ ਲੋਕਾਂ ਦਾ ਸੱਚ ਵੀ ਤੁਸੀਂ ਜਾਣ ਲਓਗੇ। ਇਹ ਸਭ ਕੁਝ ਦੋ ਦੇਸ਼ਾਂ ਦਾ ਡਿਸਪਿਊਟ, ਲੋਕਾਂ ਦੇ ਏਜੰਡੇ, ਇਹਦੇ ਵਿੱਚ ਪਿਸ ਕੌਣ ਰਿਹਾ? ਪਿਸ ਆਮ ਲੋਕ ਰਹੇ ਨੇ। ਉਹ ਆਮ ਲੋਕ, ਉਹ ਸਟੂਡੈਂਟ ਜਿਹੜੇ 20-25 ਲੱਖ ਲਾ ਕੇ ਆਪਣੇ ਪਿਓ ਦਾਦਿਆਂ ਦੇ ਬਣਾਈਆਂ ਹੋਈਆਂ ਜ਼ਮੀਨਾਂ ਵਿੱਚ ਕੈਨੇਡਾ ਵਰਗੇ ਦੇਸ਼ਾਂ ਵਿੱਚ ਗਏ ਨੇ, ਜਿਨ੍ਹਾਂ ਨੂੰ ਉਮੀਦ ਹੈ ਕਿ 4 ਪੈਸੇ ਕਮਾ ਕੇ ਆਪਣੇ ਵਤਨ ਮੁੜਾਂਗੇ ਜਾਂ ਆਪਣੇ ਮਾਪਿਆਂ ਨੂੰ ਆਪਣੇ ਕੋਲ ਸੱਦਾਂਗੇ। ਤੁਸੀਂ ਆਪ ਸੋਚ ਕੇ ਵੇਖੋ, ਸਾਨੂੰ ਨਹੀਂ ਪਤਾ ਇਹ ਡਿਸਪਿਊਟ ਕਿੰਨਾ ਸਮਾਂ ਚੱਲਣਾ ਹੈ, ਇਹ ਵੀਜ਼ੇ ਕਿੰਨਾ ਚਿਰ ਬੰਦ ਰਹਿਣੇ ਨੇ। ਕਿਸੇ ਦੀ ਮਾਂ, ਕਿਸੇ ਦਾ ਪਿਓ ਜੇ ਅਕਾਲ ਚਲਾਣਾ ਕਰ ਜਾਏ, ਉਹ ਪੁੱਤ ਆਪਣੇ ਮਾਪਿਓ ਕੋਲ ਵੀ ਨਹੀਂ ਆ ਸਕਦਾ। ਇਹਨਾਂ ਲੋਕਾਂ ਦੇ ਝੂਠੇ ਏਜੰਡੇ ਕਰਕੇ, ਦੋ ਦੇਸ਼ਾਂ ਦੀ ਵੋਟ ਬੈਂਕ ਦੀ ਪੋਲਿਟਿਕਸ ਕਰਕੇ। ਅੱਜ ਦੀ ਵੀਡੀਓ ਬੜੀ ਹੀ ਰॉ ਵੀਡੀਓ ਸੀ। ਮੈਂ ਆਪਣੇ ਓਪੀਨੀਅਨ ਨੂੰ ਸ਼ੇਅਰ ਕੀਤਾ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ, ਓਪੀਨੀਅਨ ਨਾਲ ਤੁਸੀਂ ਸਹਿਮਤ ਹੋ ਤਾਂ ਦੱਸੋ। ਇਸ ਮੁੱਦੇ ਦੇ ਉੱਤੇ ਤੁਸੀਂ ਕੀ ਸੋਚਦੇ ਹੋ ਉਹ ਵੀ ਤੁਸੀਂ ਕਮੈਂਟ ਜ਼ਰੂਰ ਕਰੋ। ਜੇ ਵੀਡੀਓ ਚੰਗੀ ਲੱਗੀ ਲਾਈਕ ਕਰਨਾ ਜ਼ਰੂਰ, ਕਮੈਂਟ ਕਰਨਾ ਜ਼ਰੂਰ, ਹੋਰਾਂ ਦੇ ਤੱਕ ਸਾਂਝਾ ਜ਼ਰੂਰ ਕਰਨਾ। ਇਸੇ ਤਰੀਕੇ ਨਾਲ ਐਜੂਕੇਸ਼ਨਲ ਸਿੱਖ ਹਿਸਟਰੀ, ਵਰਲਡ ਹਿਸਟਰੀ, ਇੰਡੀਅਨ ਹਿਸਟਰੀ ਦੇ ਇਹੋ ਜਿਹੇ ਐਨਾਲਿਟਿਕ ਵੀਡੀਓਜ਼ ਵੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਧੰਨਵਾਦ।